जमात 10वीं ਦਾ ਕੱਲ੍ਹ ਹੈਗਾ ਵਾ ਸਮਾਜਿਕ ਸਿੱਖਿਆ ਦਾ ਪੇਪਰ ਯਾਨੀ ਕਿ SST ਦਾ ਪੇਪਰ। ਤਾਂ ਅਸੀਂ ਇਸ ਪੇਪਰ ਨੂੰ ਪੂਰਾ ਹੀ ਸੋਲਵ ਕਰ ਲਿਆ ਵਾ, ਠੀਕ ਹੈ। ਤਾਂ ਦੇਖ ਲਓ ਅਸੀਂ ਪੂਰਾ ਸੋਲਵ ਕਰ ਚੁੱਕੇ ਹਾਂ ਅਤੇ ਹੁਣ ਚਲੋ ਤੁਹਾਡੀ ਤਿਆਰੀ ਕਰਾ ਦਿੰਦੇ ਹਾਂ। ਤਾਂ ਭਾਗ ਊੜ ਦੇ ਵਿੱਚ ਨਾ ਤੁਹਾਨੂੰ ਬਹੁ ਵਿਕਲਪੀ ਪ੍ਰਸ਼ਨ ਆਉਣਗੇ ਸਭ ਤੋਂ ਪਹਿਲਾਂ, ਠੀਕ ਹੈ। 12 ਅੰਕ ਦੇ ਇਹ ਹੈਗੇ ਆ। ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਹੈ, ਭਾਰਤ ਵਿੱਚ ਕਿੰਨੇ ਪ੍ਰਾਂਤ ਅਤੇ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ। ਤਾਂ ਇਹਦਾ ਆ ਜਾਊਗਾ ਆਨਸਰ ਆਪਣਾ ਊੜਾ ਆਪਸ਼ਨ 28 ਤੇ 8 ਯਾਨੀ ਕਿ 28 ਸਟੇਟ ਨੇ, 28 ਰਾਜ ਨੇ, 8 ਯੂਨੀਅਨ ਟੈਰੀਟਰੀਜ਼ ਨੇ ਯਾਨੀ ਕਿ 8 ਕੇਂਦਰ ਸ਼ਾਸਿਤ ਪ੍ਰਦੇਸ਼ ਹੈਗੇ ਆ। ਅਤੇ ਦੂਸਰਾ ਪ੍ਰਸ਼ਨ ਦੇ ਵਿੱਚ ਨਾ ਥੋੜ੍ਹੀ ਜਿਹੀ ਕਨਫਿਊਜ਼ਨ ਆ ਇਹਦੇ ਵਿੱਚ, ਦਮਨ ਤੋਂ ਗੋਆ ਤੱਕ ਦੇ ਤੱਟ ਦਾ ਇਲਾਕਾਈ ਨਾਮ ਕੀ ਹੈ। ਤਾਂ ਦੋਸਤੋ ਇਹਦਾ ਕੋਕਣ ਵੀ ਆ ਸਕਦਾ ਵਾ ਜਾਂ ਫਿਰ ਦਮਨਦੀਪ ਵੀ, ਠੀਕ ਹੈ। ਤਾਂ ਇਹ ਤੁਸੀਂ ਮੈਨੂੰ ਕਲੀਅਰ ਕਰਕੇ ਦੱਸਣਾ ਵਾ। ਜ਼ਿਆਦਾ ਚਾਂਸ ਮੈਨੂੰ ਕੋਕਣ ਦੇ ਲੱਗ ਰਿਹਾ, ਬਟ ਦੋਸਤੋ ਦਮਨਦੀਪ ਵੀ ਆ ਸਕਦਾ ਵਾ। ਮੋਸਟ ਪ੍ਰੋਬੇਬਲੀ ਚਾਂਸ ਆ ਦਮਨਦੀਪ ਵੀ ਇਸ ਦਾ ਰਾਈਟ ਆਨਸਰ ਹੋ ਸਕਦਾ ਵਾ, ਠੀਕ ਹੈ ਜੀ। ਤਾਂ ਇਹ ਦੋ ਆਪਸ਼ਨ ਦੇ ਵਿੱਚ ਮੈਨੂੰ ਕਨਫਿਊਜ਼ਨ ਆ, ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਦੇਣਾ ਕਿ ਕੋਕਣ ਆਏਗਾ ਜਾਂ ਦਮਨਦੀਪ, ਠੀਕ ਹੈ ਜੀ। ਅਗਲਾ ਤੀਸਰਾ ਪ੍ਰਸ਼ਨ ਦੇਖੋ ਕੀ ਹੈ, ਮਾਨਸੂਨ ਦਾ ਜੂਆ ਜਿਹੜਾ ਹੈਗਾ ਕਿਹੜੇ ਦਸਤਾਵੇਜ਼ ਨੂੰ ਕਿਹਾ ਜਾਂਦਾ ਹੈ। ਤਾਂ ਭਾਰਤ ਦੇ ਬਜਟ ਨੂੰ ਕਿਹਾ ਜਾਂਦਾ ਹੈ। ਅਸਾਮ ਵਿੱਚ ਕਿਹੜੀ ਜੰਗਲੀ ਜੀਵ ਰੁੱਖ ਪੈਂਦੀ ਹੈ। ਤਾਂ ਇਹ ਕਾਜ਼ੀਰੰਗਾ ਪੈਂਦੀ ਹੈ, ਠੀਕ ਹੈ ਜੀ। ਹੇਠ ਲਿਖਿਆਂ ਵਿੱਚੋਂ ਕਿਹੜਾ ਕਿਸਮ ਬਜਟ ਦੀ ਕਿਸਮ ਨਹੀਂ ਹੈ। ਤਾਂ ਇਹਦਾ ਸਰਕਾਰੀ ਬਜਟ ਮੈਨੂੰ ਲੱਗਦਾ ਕਿ ਇਹਦਾ ਆਊਗਾ। ਬਾਕੀ ਅਗਰ ਤੁਹਾਨੂੰ ਲੱਗਦਾ ਕਿ ਬਚਤ ਦਾ ਜਿਹੜਾ ਹੈਗਾ ਬਜਟ ਆਏਗਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦੇਣਾ, ਠੀਕ ਹੈ ਜੀ। ਆੜਾ ਆਪਸ਼ਨ ਵੀ ਆ ਸਕਦਾ ਵਾ, ਠੀਕ ਹੈ। ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਲੀਅਰ ਕਰਕੇ ਦੱਸ ਦੇਣਾ ਇਹੀ ਆਏਗਾ ਜਾਂ ਫਿਰ ਇਹ ਆੜਾ ਆਪਸ਼ਨ ਆਵੇਗਾ, ਠੀਕ ਹੈ। 6ਵਾਂ ਪ੍ਰਸ਼ਨ ਹੈ, ਕਿਹੜੀ ਕਿਰਿਆ ਸਰਵਜਨਕ ਵਿਤਰਣ ਪ੍ਰਣਾਲੀ ਦਾ ਅੰਗ ਨਹੀਂ ਹੈ। ਤਾਂ ਉਪਭੋਗਤਾ ਸੰਗਠਨ ਇਸ ਦਾ ਆਨਸਰ ਆਏਗਾ। ਕਿਹੜਾ ਨਾਮ ਪੰਜਾਬ ਦਾ ਪ੍ਰਾਚੀਨ ਨਾਮ ਨਹੀਂ ਹੈ। ਸੁਲੇਮਾਨ ਇਸ ਦਾ ਨਾਮ ਨਹੀਂ ਹੈ, ਠੀਕ ਹੈ। ਬਾਕੀ ਆਹਾ ਤੇ ਆਹਾ ਤੇ ਆਹਾ ਇਹ ਨਾਮ ਸੀਗੇ ਉਹਨਾਂ ਦੇ, ਠੀਕ ਹੈ। ਅਤੇ ਆਪਣਾ ਅਗਲਾ ਪ੍ਰਸ਼ਨ ਕੀ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਜ ਗੁਰੂ ਨਾਨਕ ਪਾਤਸ਼ਾਹ ਨੇ ਨਹੀਂ ਕੀਤਾ। ਤਾਂ ਵਪਾਰ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਵਾ ਇੱਥੇ ਕੀ ਲਿਖਿਆ ਦੋਸਤੋ, ਵਪਾਰ ਨਹੀਂ ਕੀਤਾ, ਠੀਕ ਹੈ ਜੀ। ਇਹਦਾ ਆਨਸਰ ਆ ਜਾਏਗਾ ਆਪਣਾ ਦੋਸਤੋ ਕੀ ਹੈ, ਵਪਾਰ ਨਹੀਂ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਕੀ ਕਿਹਾ, ਅਗਲਾ ਪ੍ਰਸ਼ਨ ਕਿਹੜੀ ਜੰਗ ਦਾ ਸੰਬੰਧ ਬਾਬਾ ਬੰਦਾ ਸਿੰਘ ਬਹਾਦਰ ਨਾਲ ਹੈ। ਤਾਂ ਲੋਹਗੜ੍ਹ ਦਾ ਯੁੱਧ, ਠੀਕ ਹੈ। ਅੱਗੇ ਆਪਣਾ ਨਾਮਧਾਰੀ ਕੂਕਾ ਲਹਿਰ ਦੇ ਆਗੂ ਕੌਣ ਸਨ। ਤਾਂ ਬਾਬਾ ਰਾਮ ਸਿੰਘ ਜੀ। ਅਗਲਾ ਪ੍ਰਸ਼ਨ ਕਿਹੜੇ ਆਗੂ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਹਨ। ਤਾਂ ਡਾਕਟਰ ਜ਼ਕੀਰ ਹੁਸੈਨ। ਕਿਹੜੀ ਸਿਆਸੀ ਪਾਰਟੀ ਖੇਤਰੀ ਸਿਆਸੀ ਦਲ ਹੈ। ਤਾਂ ਸ਼੍ਰੋਮਣੀ ਅਕਾਲੀ ਦਲ, ਠੀਕ ਹੈ ਜੀ। ਅਗਲਾ ਪ੍ਰਸ਼ਨ ਭਾਗ ਆੜਾ ਵਾ ਤੁਹਾਡਾ। ਤਾਂ ਦੇਖੋ ਭਾਗ ਆੜੇ ਦੇ ਵਿੱਚ ਪਹਿਲਾ ਪ੍ਰਸ਼ਨ ਕੀ ਹੈ, ਭਾਰਤ ਵਿੱਚ ਦਰਾੜ ਘਾਟੀਆਂ ਕਿੱਥੇ ਸਥਿਤ ਹਨ। ਤਾਂ ਇਹਦਾ ਆਨਸਰ ਆਏਗਾ ਪ੍ਰਾਇਦੀਪੀ ਪਠਾਰ ਦੇ ਵਿੱਚ। ਦੂਸਰਾ ਪ੍ਰਸ਼ਨ ਲਿੰਗ ਅਨੁਪਾਤ ਤੋਂ ਤੁਹਾਡਾ ਕੀ ਭਾਵ ਹੈ, ਪ੍ਰਤੀ 1000 ਮਰਦਾਂ ਤੇ ਔਰਤਾਂ ਦੀ ਸੰਖਿਆ ਤੋਂ ਭਾਵ ਹੈ, ਠੀਕ ਹੈ ਜੀ। ਇਹਦਾ ਮਤਲਬ ਆਹੀ ਆਨਸਰ ਹੈ ਇਸਦਾ, ਠੀਕ ਹੈ ਜੀ। ਅਤੇ ਅੱਗੇ ਆਪਣਾ ਅਬਰਕ ਦਾ ਪ੍ਰਯੋਗ ਕਿਹੜੇ ਉਦਯੋਗ ਵਿੱਚ ਹੁੰਦਾ ਹੈ। ਤਾਂ ਬਿਜਲੀ ਉਦਯੋਗ ਵਿੱਚ। ਹਰੀ ਖਾਦ ਕੀ ਹੁੰਦੀ ਹੈ। ਤਾਂ ਰੁੱਖਾਂ ਪੌਦਿਆਂ ਤੇ ਪੱਤਿਆਂ ਦੇ ਗਲਣ ਸੜਨ ਨਾਲ ਜਿਹੜੀ ਬਣਦੀ ਹੈ, ਠੀਕ ਹੈ ਜੀ। ਅਤੇ ਅਗਲਾ ਪ੍ਰਸ਼ਨ ਹੈ, ਲਘੂ ਉਦਯੋਗ ਦੀ ਕੋਈ ਇੱਕ ਸਮੱਸਿਆ ਲਿਖੋ। ਤਾਂ ਵਿੱਤ ਦੀ ਸਮੱਸਿਆ। ਭਾਰਤ ਦੇ ਕੇਂਦਰੀ ਬੈਂਕ ਦਾ ਨਾਮ ਲਿਖੋ, RBI ਰਿਜ਼ਰਵ ਬੈਂਕ ਆਫ ਇੰਡੀਆ, ਠੀਕ ਹੈ ਜੀ। ਅਗਲਾ ਹੈ ਪ੍ਰਸ਼ਨ ਆਪਣਾ ਕਿ ਪਟਿਆਲਾ ਰਿਆਸਤ ਵਿੱਚ ਪ੍ਰਜਾ ਮੰਡਲ ਲਹਿਰ ਦਾ ਆਗੂ ਕੌਣ ਸੀ। ਤਾਂ ਸਰਦਾਰ ਸੇਵਾ ਸਿੰਘ ਠਿਕਰੀ ਵਾਲਾ, ਠੀਕ ਹੈ। ਅੱਗੇ ਤ੍ਰਿਪੱਖੀ ਸੰਧੀ ਕਦੇ ਕਿਹੜੇ ਸਨ ਵਿੱਚ ਹੋਈ ਸੀ। ਤਾਂ 26 ਜੂਨ 1838 ਈਸਵੀ ਵਿੱਚ ਹੋਈ ਸੀ। ਸ਼ੁਕਰ ਚੱਕਰੀਆ, ਹਾਂਜੀ ਸ਼ੁਕਰ ਚਰੀਆ ਮਿਸਲ ਦਾ ਜਿਹੜਾ ਹੈਗਾ ਮੋਢੀ ਕੌਣ ਸੀ। ਤਾਂ ਚੌਧਰੀ ਚੜਤ ਸਿੰਘ, ਠੀਕ ਹੈ ਜੀ। ਸ਼ੁਕਰ ਚਰੀਆ ਮਿਸਲ ਦਾ ਮੋਢੀ ਸੀ, ਠੀਕ ਹੈ। ਅੱਗੇ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਕਿਸ ਨੇ ਰੱਖੀ। ਤਾਂ ਗੁਰੂ ਰਾਮਦਾਸ ਜੀ ਨੇ। ਸੰਯੁਕਤ ਰਾਸ਼ਟਰ ਸੰਘ ਕਦੋਂ ਹੋਂਦ ਵਿੱਚ ਆਇਆ। ਤਾਂ 24 ਅਕਤੂਬਰ 1945 ਨੂੰ। ਭਾਰਤ ਦੇ ਮੌਜੂਦਾ ਰਾਸ਼ਟਰਪਤੀ ਕੌਣ ਨੇ। ਤਾਂ ਦ੍ਰੋਪਦੀ ਮੁਰਮੂ ਜੀ, ਠੀਕ ਹੈ ਜੀ। ਅੱਗੇ ਹੈ ਭਾਗ ਈੜੀ ਦੇ ਪ੍ਰਸ਼ਨ ਨੇ। ਤਾਂ ਦੇਖੋ ਇਹਦੇ ਵਿੱਚ ਪਹਿਲਾ ਪ੍ਰਸ਼ਨ ਹੈ, ਵਿਦੇਸ਼ੀ ਪੌਦਿਆਂ ਤੋਂ ਸਾਨੂੰ ਕੀ ਕੀ ਨੁਕਸਾਨ ਹੋ ਸਕਦੇ ਹਨ। ਤਾਂ ਇਹਦਾ ਆਨਸਰ ਅਸੀਂ ਇੱਥੇ ਲੱਭਿਆ ਹੋਇਆ ਹੈ, ਠੀਕ ਹੈ ਜੀ। ਤਾਂ ਦੇਖੋ ਦੋਸਤੋ ਵਿਦੇਸ਼ੀ ਪੌਦਿਆਂ ਤੋਂ ਸਾਨੂੰ ਕੀ ਨੁਕਸਾਨ ਹੋ ਸਕਦੇ ਹਨ। ਤਾਂ ਦੇਖੋ ਜਿਹੜੀ ਹੈਗੀ ਸਾਡੀ ਸਥਾਨਕ ਲਾਭਕਾਰੀ ਬਨਸਪਤੀ ਬਰਬਾਦ ਹੋ ਸਕਦੀ ਹੈ। ਵਿਦੇਸ਼ੀ ਬਨਸਪਤੀ ਨੂੰ ਖਤਮ ਕਰਨ ਲਈ ਸਾਡਾ ਬਹੁਤ ਸਾਰਾ ਪੈਸਾ ਖਰਚ ਹੋਵੇਗਾ। ਵਿਦੇਸ਼ੀ ਬਨਸਪਤੀ ਨਾਲ ਸਾਹ ਅਤੇ ਚਮੜੀ ਸੰਬੰਧੀ ਜਿਹੜੇ ਹੈਗੇ ਰੋਗ ਫੈਲ ਸਕਦੇ ਨੇ। ਸਾਡੇ ਜਲ ਭੰਡਾਰ ਵਿਦੇਸ਼ੀ ਬਨਸਪਤੀ ਨੂੰ ਦੂਸ਼ਿਤ ਹੋ ਸਕਦੇ ਹਨ। ਸਾਡੇ ਉਪਯੋਗੀ ਭੂਮੀ ਘੱਟ ਹੋ ਸਕਦੀ ਹੈ ਅਤੇ ਚਰਾਦਾ ਵਿੱਚ ਕਮੀ ਆ ਸਕਦੀ ਹੈ ਅਤੇ ਜਿਹੜਾ ਹੈਗਾ ਵਾ ਵਣ ਖੇਤਰ ਬਰਬਾਦ ਹੋ ਸਕਦੇ ਹਨ, ਠੀਕ ਹੈ। ਤਾਂ ਇਹ ਆਨਸਰ ਇਸਦਾ ਹੋ ਜਾਵੇਗਾ। ਅਗਲਾ ਪ੍ਰਸ਼ਨ ਕੀ ਹੈ, ਤੱਟਵਰਤੀ ਮੈਦਾਨਾਂ ਦੀ ਸਮੁੱਚੇ ਭਾਰਤ ਨੂੰ ਕੀ ਦੇਣ ਹੈ। ਤਾਂ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ, ਤੱਟਵਰਤੀ ਮੈਦਾਨਾਂ ਦੀ ਸਮੁੱਚੇ ਦੇਸ਼ ਨੂੰ ਕੀ ਦੇਣ ਹੈ। ਤਾਂ ਸਭ ਤੋਂ ਪਹਿਲਾਂ ਤੱਟੀ ਮੈਦਾਨ ਵਧੀਆ ਕਿਸਮ ਦੇ ਚੌਲ, ਖਜੂਰ, ਨਾਰੀਅਲ, ਮਸਾਲੇ, ਅਦਰਕ, ਲੌਂਗ, ਇਲਾਇਚੀ ਆਦਿ ਖੇਤੀ ਲਈ ਪ੍ਰਸਿੱਧ ਹਨ। ਇਹ ਮੈਦਾਨ ਅੰਤਰਰਾਸ਼ਟਰੀ ਵਪਾਰ ਲਈ ਵਿੱਚ ਮੋਹਰੀ ਹਨ। ਇਹਨਾਂ ਮੈਦਾਨਾਂ ਤੋਂ ਪੂਰੇ ਦੇਸ਼ ਵਿੱਚ ਵਧੀਆ ਕਿਸਮ ਦੀਆਂ ਸਮੁੰਦਰੀ ਮੱਛੀਆਂ ਭੇਜੀਆਂ ਜਾਂਦੀਆਂ ਹਨ। ਤੱਟੀ ਮੈਦਾਨਾਂ ਵਿੱਚ ਸਥਿਤ ਗੋਆ, ਤਾਮਿਲਨਾਡੂ ਅਤੇ ਮੁੰਬਈ ਦੇ ਸਮੁੰਦਰੀ ਬੀਜ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ। ਦੇਸ਼ ਵਿੱਚ ਵਰਤਿਆ ਜਾਣ ਵਾਲਾ ਨਮਕ ਲੂਣ ਪੱਛਮੀ ਤੱਟੀ ਮੈਦਾਨਾਂ ਵਿੱਚ ਤਿਆਰ ਕੀਤਾ ਜਾਂਦਾ ਹੈ। ਤਾਂ ਇਹ ਇਸਦਾ ਆਨਸਰ ਹੋ ਜਾਏਗਾ। ਅਗਲਾ ਪ੍ਰਸ਼ਨ ਕੀ ਹੈ, ਭਾਰਤੀ ਅਰਥ ਵਿਵਸਥਾ ਵਿੱਚ ਖੇਤੀ ਦਾ ਮਹੱਤਵ ਬਿਆਨ ਕਰੋ, ਠੀਕ ਹੈ ਜੀ। ਤਾਂ ਦੇਖੋ ਆਨਸਰ ਇਸਦਾ ਇਹੀ ਆ, ਠੀਕ ਹੈ, ਖੇਤੀ ਦਾ ਮਹੱਤਵ ਬਿਆਨ ਕਰਨਾ ਵਾ। ਤਾਂ ਇਹਦਾ ਆਨਸਰ ਦੋਸਤੋ ਤੁਸੀਂ ਆਹ ਦੇਖ ਸਕਦੇ ਹੋ ਕੀ ਹੈਗਾ। ਪਹਿਲਾ ਤਾਂ ਰੁਜ਼ਗਾਰ ਦਾ ਜਿਹੜਾ ਹੈਗਾ ਮੁੱਖ ਸਰੋਤ ਹੈ, ਠੀਕ ਹੈ, ਜਿਸ ਨੂੰ ਤੁਸੀਂ ਰੀਡ ਕਰ ਲਓ। ਦੂਸਰਾ ਰਾਸ਼ਟਰੀ ਆਮਦਨ ਵਿੱਚ ਖੇਤੀ ਦਾ ਯੋਗਦਾਨ ਦੋਸਤੋ ਹੈਗਾ ਵਾ, ਠੀਕ ਹੈ, ਬਹੁਤ ਜ਼ਿਆਦਾ 13.9% ਇਹਨਾਂ ਨੇ ਲਿਖਿਆ ਹੋਇਆ ਵਾ, ਠੀਕ ਹੈ। ਅੱਗੇ ਰੁਜ਼ਗਾਰ ਦਾ ਸਾਧਨ ਵੀ ਹੈ ਇਹ ਆਪਣਾ, ਠੀਕ ਹੈ। ਉਦਯੋਗਾਂ ਦਾ ਜਿਹੜਾ ਹੈਗਾ ਯੋਗਦਾਨ ਵੀ ਹੈ ਇਹ।
ਅੰਤਰਰਾਸ਼ਟਰੀ ਵਪਾਰ ਵਿੱਚ ਵੀ ਯੋਗਦਾਨ ਪਾਉਂਦਾ ਵਾ ਅਤੇ ਆਵਾਜਾਈ ਅਤੇ ਸਾਧਨਾਂ ਦਾ ਵਿਕਾਸ ਵੀ ਕਰਦਾ ਵਾ। ਤਾਂ ਤੁਹਾਡਾ ਆਂਸਰ ਫੁੱਲ ਫਲੈਜ ਆਂਸਰ ਇਹ ਹੋ ਜਾਏਗਾ, ਇਸ ਨੂੰ ਤੁਸੀਂ ਲਿਖ ਦੇਣਾ ਵਾ। ਅਗਲਾ ਪ੍ਰਸ਼ਨ ਹੈ ਨਿਵੇਸ਼ ਕੀ ਹੈ, ਤਾਂ ਇਸ ਦੇ ਜਿਹੜੇ ਹੈਗੇ ਨਿਰਧਾਰਕ ਤੱਤ ਕਿਹੜੇ-ਕਿਹੜੇ ਹਨ, ਠੀਕ ਹੈ। ਤਾਂ ਦੇਖੋ ਆਂਸਰ ਇਸ ਦਾ ਨਿਰਦੇਸ਼ ਕੀ ਹੈ, ਤਾਂ ਦੇਖੋ ਨਿਰਦੇਸ਼ ਦਾ ਭਾਵ ਹੈ ਅਰਥ ਸ਼ਾਸਤਰ ਵਿੱਚ ਪੂੰਜੀ ਵਿੱਚ ਕੀਤੇ ਜਾਣ ਵਾਲੇ ਵਾਧੇ ਨੂੰ ਨਿਵੇਸ਼ ਕਿਹਾ ਜਾਂਦਾ ਹੈ। ਇੱਕ ਸਾਲ ਵਿੱਚ ਆਮਦਨ ਜਿਹੜਾ ਹੈਗਾ 1 ਸਾਲ ਵਿੱਚ ਆਮਦਨ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਇੱਕ ਲੇਖਾ ਸਾਲ ਵਿੱਚ ਉਤਪਾਦਨ ਦਾ ਉਪਭੋਗ ਉੱਤੇ ਵਧੇਰੇ ਖਰਚ ਨਿਵੇਸ਼ ਅਖਵਾਉਂਦਾ ਹੈ। ਨਿਵੇਸ਼ ਦੇ ਨਿਰਧਾਰਿਤ ਤੱਤ ਨੇ ਜਿਵੇਂ ਕਿ ਲਾਭ ਦੀ ਦਰ ਜਾਂ ਫਿਰ ਨਿਵੇਸ਼ ਦੀ ਸੀਮਾਂਤ ਕਾਰਜਕੁਸ਼ਲਤਾ, ਦੂਸਰਾ ਦੋਸਤੋ ਵਿਆਜ ਦੀ ਦਰ ਜਾਂ ਫਿਰ ਨਿਵੇਸ਼ ਦੀ ਲਾਗਤ। ਤਾਂ ਇੱਕ ਸਮਝਦਾਰ ਉਦਮੀ ਤਾਂ ਹੀ ਨਿਵੇਸ਼ ਕਰੇਗਾ ਜੇ ਪੂੰਜੀ ਦੀ ਕਾਰਜਕੁਸ਼ਲਤਾ ਵਿਆਜ ਦੀ ਦਰ ਤੋਂ ਵੱਧ ਹੈ। ਇਸ ਦੇ ਉਲਟ ਜੇ ਵਿਆਜ ਦੀ ਦਰ ਪੂੰਜੀ ਦੇ ਸੀਮਾਂਤ ਕਾਰਜਕੁਸ਼ਲਤਾ ਤੋਂ ਵੱਧ ਲੱਗਦੀ ਹੈ ਤਾਂ ਨਿਵੇਸ਼ ਕਰਨ ਦੀ ਪ੍ਰੇਰਣਾ ਨਹੀਂ रहेगी, ठीक है। तो ਇਹਦਾ ਆਂਸਰ ਇਹ ਹੋ ਜਾਏਗਾ। ਅਗਲਾ ਪ੍ਰਸ਼ਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਤੇ ਇੱਕ ਨੋਟ ਲਿਖੋ, ਤਾਂ ਇਹਦਾ ਆਂਸਰ ਤੁਸੀਂ ਆਹ ਦੇਖ ਸਕਦੇ ਹੋ, ਠੀਕ ਹੈ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਤੇ ਨੋਟ ਲਿਖੋ। ਤਾਂ ਦੇਖੋ ਮੁਗਲ ਬਾਦਸ਼ਾਹ ਅਕਬਰ ਦੇ ਜਿਹੜੇ ਹੈਗੇ ਗੁਰੂ ਅਰਜਨ ਦੇਵ ਜੀ ਦੇ ਨਾਲ ਬਹੁਤ ਹੀ ਚੰਗੇ ਸੰਬੰਧ ਸਨ, ਪਰੰਤੂ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਨੇ ਸਹਿਣਸ਼ੀਲਤਾ ਦੀ ਨੀਤੀ ਨੂੰ ਛੱਡ ਕੇ ਉਹ ਉਸ ਮੌਕੇ ਦੀ ਭਾਲ ਵਿੱਚ ਰਹਿਣ ਲੱਗਿਆ ਜਦੋਂ ਉਹ ਸਿੱਖ ਧਰਮ 'ਤੇ ਕਰਾਰੀ ਸੱਟ ਜਿਹੜੀ ਹੈਗੀ ਮਾਰ ਸਕੇ। ਇਸ ਦੌਰਾਨ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਉਸ ਦੇ ਵਿਰੁੱਧ ਜਿਹੜੀ ਹੈਗੀ ਬਗਾਵਤ ਕਰ ਦਿੱਤੀ। ਖੁਸਰੋ ਹਾਰ ਕੇ ਗੁਰੂ ਅਰਜਨ ਦੇਵ ਜੀ ਕੋਲ ਆਇਆ। ਗੁਰੂ ਜੀ ਨੇ ਉਸ ਨੂੰ ਆਸ਼ੀਰਵਾਦ ਦਿੱਤਾ। ਇਸ ਕਸੂਰ ਵਿੱਚ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਉੱਤੇ ਜਿਹੜਾ ਹੈਗਾ 2 ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ, ਪਰੰਤੂ ਗੁਰੂ ਜੀ ਨੇ ਜੁਰਮਾਨਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਉਹਨਾਂ ਨੂੰ ਕੈਦ ਕਰ ਲਿਆ ਗਿਆ ਅਤੇ ਕਈ ਜਿਹੜੇ ਹੈਗਾ ਤਸੀਹੇ ਦੇ ਕੇ ਜਿਹੜਾ ਹੈਗਾ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਨਾਲ ਦੋਸਤੋ ਜਿਹੜਾ ਹੈਗਾ ਸਿੱਖ ਭੜਕ ਉੱਠੇ। ਉਹ ਸਮਝ ਗਏ ਸਨ ਕਿ ਉਹਨਾਂ ਨੂੰ ਹੁਣ ਜਿਹੜਾ ਹੈਗਾ ਆਪਣੇ ਧਰਮ ਦੀ ਰੱਖਿਆ ਲਈ ਹਥਿਆਰ ਧਾਰਨ ਕਰਨੇ ਪੈਣਗੇ, ਠੀਕ ਹੈ ਜੀ। ਇਹ ਆਂਸਰ ਇਸ ਦਾ ਹੋ ਗਿਆ। ਅੱਗੇ ਆਪਣਾ ਮਹਾਰਾਜਾ ਦਲੀਪ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ, ਤਾਂ ਆਂਸਰ ਦੇਖੋ ਮਹਾਰਾਜਾ ਦਲੀਪ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ। ਤਾਂ ਮਹਾਰਾਜਾ ਦਲੀਪ ਸਿੰਘ ਜਿਹੜੇ ਹੈਗੇ ਆ ਉਹ ਪੰਜਾਬ ਲਾਹੌਰ ਰਾਜ ਦਾ ਆਪਣਾ ਆਖਰੀ ਸਿੱਖ ਹਾਕਮ ਸੀ। ਪਹਿਲੇ ਐਂਗਲੋ ਸਿੱਖ ਯੁੱਧ ਦੇ ਸਮੇਂ ਉਹ ਨਾਬਾਲਿਗ ਸੀ, ਇਸ ਲਈ 1846 ਈਸਵੀ ਵਿੱਚ ਭੈਰੋਵਲ ਦੀ ਸੰਧੀ ਅਨੁਸਾਰ ਲਾਹੌਰ ਦੇ ਰਾਜ ਪ੍ਰਬੰਧ ਲਈ ਇੱਕ ਕਾਉਂਸਲ ਆਫ ਰੀਜੈਂਸੀ ਦੀ ਜਿਹੜੀ ਸਥਾਪਨਾ ਕੀਤੀ ਗਈ। ਇਸ ਨੇ ਮਹਾਰਾਜਾ ਦੇ ਬਾਲਿਗ ਹੋਣ ਤੱਕ ਕੰਮ ਕਰਨਾ ਸੀ, ਪਰ ਦੂਜੇ ਐਂਗਲੋ ਸਿੱਖ ਯੁੱਧ ਵਿੱਚ ਸਿੱਖ ਜਿਹੜੇ ਹੈਗੇ ਆ ਮੁੜ ਹਾਰ ਗਏ। ਸਿੱਟੇ ਵਜੋਂ ਮਹਾਰਾਜਾ ਦਲੀਪ ਸਿੰਘ ਨੂੰ ਗੁਰਗੱਦੀ ਤੋਂ ਉਤਾਰ ਦਿੱਤਾ ਗਿਆ, ਠੀਕ ਹੈ, ਅਤੇ ਉਸ ਦੀ ਜਿਹੜੀ ਹੈਗੀ 4-5 ਲੱਖ ਰੁਪਏ ਦੀ ਸਾਲਾਨਾ ਪੈਨਸ਼ਨ ਨਿਸ਼ਚਿਤ ਕਰ ਦਿੱਤੀ ਗਈ। ਪੰਜਾਬ ਅੰਗਰੇਜ਼ੀ ਸਾਮਰਾਜ ਦਾ ਜਿਹੜਾ ਹੈਗਾ ਅੰਗ ਬਣ ਗਿਆ, ਠੀਕ ਹੈ। ਅਗਲਾ ਪ੍ਰਸ਼ਨ ਕੀ ਆਪਣਾ ਮੰਤਰੀ ਮੰਡਲ ਦੇ 4 ਕਾਰਜਾਂ ਦੀ ਜਿਹੜੀ ਹੈਗੀ ਵਿਆਖਿਆ ਕਰੋ। ਮੰਤਰੀ ਮੰਡਲ ਦੇ ਕਾਰਜ ਦੀ ਵਿਆਖਿਆ, ਤਾਂ ਦੇਖੋ ਦੋਸਤੋ ਕੀ ਆਂਸਰ ਇਸਦਾ। ਇੱਕ ਤਾਂ ਨੀਤੀਆਂ ਦਾ ਨਿਰਮਾਣ ਕਰਦੇ ਆ, ਪ੍ਰਸ਼ਾਸਨ ਕਰਦੇ ਆ, ਠੀਕ ਹੈ, ਵਿਧਾਨਿਕ ਸ਼ਕਤੀਆਂ ਨੇ ਤੇ ਵਿੱਤੀ ਸ਼ਕਤੀਆਂ ਹੈਗੀਆਂ ਨੇ। ਤੁਸੀਂ ਇਹਨਾਂ ਨੂੰ ਰੀਡ ਵੀ ਕਰ ਸਕਦੇ ਹੋ, ਇਹਦੇ ਵਿੱਚ ਕੀ ਲਿਖਿਆ ਹੋਇਆ ਵਾ। ਅਗਲਾ ਪ੍ਰਸ਼ਨ ਹੈ ਦੋਸਤੋ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਦਾ ਕੀ ਮਹੱਤਵ ਹੈ, ਤਾਂ ਆਂਸਰ ਦੇਖੋ ਦੋਸਤੋ ਇਹਦਾ ਕੀ ਆਏਗਾ ਆਪਣਾ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਬਹੁਤ ਮਹੱਤਵ ਹੈ। ਸਭ ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਔਰਤਾਂ ਅਤੇ ਮਰਦਾਂ ਨੂੰ ਬਰਾਬਰ ਅਧਿਕਾਰ ਦਿੱਤੇ ਗਏ ਹਨ। ਤਨਖਾਹ ਦੇ ਜਿਹੜੇ ਹੈਗੇ ਪੱਖ ਤੋਂ ਦੋਹਾਂ ਵਿਚਕਾਰ ਵਿਤਕਰਾ ਖਤਮ ਕਰ ਦਿੱਤਾ ਗਿਆ ਹੈ। ਬਰਾਬਰ ਦੇ ਅਹੁਦਿਆਂ ਲਈ ਦੋਸਤੋ ਕੀ ਹੈ ਬਰਾਬਰ ਤਨਖਾਹ ਦਾ ਪ੍ਰਬੰਧ ਕੀਤਾ ਗਿਆ ਹੈ। ਦੂਸਰਾ ਪੁਆਇੰਟ ਪਛੜੀਆਂ ਜਾਤੀਆਂ ਲਈ ਦੋਸਤੋ ਨੌਕਰੀਆਂ ਦੀ ਵਿਵਸਥਾ ਕੀਤੀ ਗਈ ਹੈ। ਉਹਨਾਂ ਦੇ ਬੱਚਿਆਂ ਨੂੰ ਮੁਫਤ ਵਿੱਦਿਆ ਦਿੱਤੀ ਜਾਂਦੀ ਹੈ। ਉਹਨਾਂ ਨੂੰ ਵਿਧਾਨ ਸਭਾ ਅਤੇ ਸੰਸਦ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਤੀਨਿਧਤਾ ਦਿੱਤੀ ਜਾਂਦੀ ਹੈ। ਤੀਸਰਾ ਲਗਭਗ ਸਮੁੱਚੇ ਦੇਸ਼ ਵਿੱਚ ਮੁੱਢਲੀ ਸਿੱਖਿਆ ਮੁਫਤ ਕਰ ਦਿੱਤੀ ਗਈ ਹੈ। ਚੌਥਾ ਦੇਸ਼ ਵਿੱਚ ਅਜਿਹੇ ਕਾਨੂੰਨ ਪਾਸ ਹੋ ਚੁੱਕੇ ਹਨ ਜਿਨ੍ਹਾਂ ਰਾਹੀਂ ਕਿਰਤੀਆਂ ਅਤੇ ਛੋਟੀ ਉਮਰ ਦੇ ਬੱਚਿਆਂ ਦੇ ਹਿੱਤਾਂ ਦੀ ਰਾਖੀ ਕੀਤੀ ਗਈ ਹੈ। ਇਹ ਸਾਰੇ ਕੰਮ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਦੀ ਪ੍ਰੇਰਣਾ ਨਾਲ ਹੀ ਕੀਤੇ ਗਏ ਹਨ। ਤਾਂ ਇਹ ਤੁਹਾਡਾ ਆਂਸਰ ਹੋ ਜਾਏਗਾ। ਉਸ ਤੋਂ ਬਾਅਦ ਦੋਸਤੋ ਤੁਹਾਡਾ ਭਾਗ ਸੱਸਾ ਵਾ, ਠੀਕ ਹੈ ਜੀ। ਤਾਂ ਪਹਿਲਾ ਪ੍ਰਸ਼ਨ ਹੈ ਊਰਜਾ ਦੇ ਗੈਰ ਪਰੰਪਰਾਗਤ ਸਾਧਨਾਂ ਦੇ ਵਿਕਾਸ ਅਤੇ ਮਹੱਤਵ ਨੂੰ ਜਿਹੜਾ ਹੈਗਾ ਵਾ ਵਿਸਥਾਰ ਨਾਲ ਲਿਖੋ। ਤਾਂ ਦੇਖੋ ਦੋਸਤੋ ਆਹੀ ਹੈ ਤੁਹਾਡਾ ਸ਼ਕਤੀ ਦੇ ਗੈਰ ਪਰੰਪਰਾਗਤ ਸਾਧਨਾਂ ਦੇ ਵਿਕਾਸ ਅਤੇ ਮਹੱਤਵ ਨੂੰ ਜਿਹੜਾ ਹੈਗਾ ਵਾ ਮਹੱਤਵ ਨੂੰ ਵਿਸਥਾਰ ਵਿੱਚ ਲਿਖੋ। ਸ਼ਕਤੀ ਜਾਂ ਊਰਜਾ ਗੱਲ ਇੱਕ ਹੀ ਆ, ਠੀਕ ਹੈ ਜੀ। ਤਾਂ ਦੇਖੋ ਕੀ ਹੈ ਸ਼ਕਤੀ ਦੇ ਗੈਰ ਪਰੰਪਰਾਗਤ ਸਾਧਨਾਂ ਵਿੱਚ ਸੌਰ ਸ਼ਕਤੀ, ਪੌਣ ਸ਼ਕਤੀ, ਜਵਾਰੀ ਸ਼ਕਤੀ ਅਤੇ ਆਪਣਾ ਭੂ-ਤਪ ਸ਼ਕਤੀ, ਜੈਵ ਪਦਾਰਥਾਂ ਤੋਂ ਪ੍ਰਾਪਤ ਜਿਹੜੀ ਹੈਗੀ ਆ ਸ਼ਕਤੀ ਸ਼ਾਮਿਲ ਹੈ। ਵਿਕਾਸ ਤਾਂ ਦੇਖੋ ਸ਼ਕਤੀ ਦੇ ਜਿਹੜੇ ਹੈਗੇ ਆ ਗੈਰ ਪਰੰਪਰਾਗਤ ਸਰੋਤਾਂ ਦਾ ਪ੍ਰਯੋਗ ਨੂੰ ਵਧਾਉਣ ਉੱਤੇ ਹਾਲ ਹੀ ਦੇ ਸਾਲਾਂ ਵਿੱਚ ਬਹੁਤ ਹੀ ਜਿਹੜਾ ਹੈਗਾ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਸ਼ਕਤੀ ਦਾ ਰੁੱਖ ਲਗਾਉਣਾ, ਵਾਤਾਵਰਣ ਸੁਧਾਰ, ਜਿਹੜੀ ਹੈਗੀ ਸ਼ਕਤੀ ਸੰਭਾਲ, ਰੁਜ਼ਗਾਰ ਵਾਧੇ, ਸਿਹਤ ਅਤੇ ਜਿਹੜੇ ਹੈਗੇ ਸਫਾਈ ਸੁਧਾਰ, ਸਮਾਜਿਕ ਕਲਿਆਣ, ਖੇਤਾਂ ਵਿੱਚ ਸਿੰਜਾਈ ਅਤੇ ਜੈਵਿਕ ਖਾਦ ਉਤਪਾਦਨ ਵਿੱਚ ਆਦਿ ਖੇਤਰਾਂ ਵਿੱਚ ਜਿਹੜਾ ਹੈਗਾ ਵਿਸ਼ੇਸ਼ ਯੋਗਦਾਨ ਹੈਗਾ ਵਾ, ਠੀਕ ਹੈ। ਅਤੇ ਅੱਗੇ ਤੁਸੀਂ ਆਹ ਦੇਖ ਸਕਦੇ ਹੋ ਕਿ ਮਾਰਚ 1981 ਵਿੱਚ ਕੇਂਦਰ ਸਰਕਾਰ ਨੇ ਇੱਕ ਜਿਹੜਾ ਹੈਗਾ ਵਾ ਉੱਚ ਅਧਿਕਾਰ ਪ੍ਰਾਪਤ ਆਯੋਗ ਦੀ ਸਥਾਪਨਾ ਕੀਤੀ ਤਾਂ ਕਿ ਵਾਧੂ ਸ਼ਕਤੀ ਸਰੋਤਾਂ ਦਾ ਜਿਹੜਾ ਹੈਗਾ ਪਤਾ ਲਗਾਇਆ ਜਾ ਸਕੇ। 1982 ਵਿੱਚ ਗੈਰ ਪਰੰਪਰਾਗਤ ਸਾਧਨਾਂ ਦੀ ਵਿਭਾਗ ਸ਼ਕਤੀ ਮੰਤਰਾਲਾ ਵਿੱਚ ਕਾਇਮ ਕੀਤਾ ਗਿਆ। ਹੁਣ ਜਿਹੜੇ ਹੈਗੇ ਆ ਗੈਰ ਪਰੰਪਰਾਗਤ ਸ਼ਕਤੀ ਸਰੋਤਾਂ ਦੇ ਲਈ ਵੱਖਰਾ ਇੱਕ ਮੰਤਰਾਲਾ ਕਾਇਮ ਕਰ ਦਿੱਤਾ ਗਿਆ ਹੈ। ਰਾਜ ਸਰਕਾਰਾਂ ਨੇ ਵੀ ਆਪਣੇ ਰਾਜ ਵਿੱਚ ਗੈਰ ਪਰੰਪਰਾਗਤ ਸ਼ਕਤੀ ਸਾਧਨਾਂ ਦੇ ਲਈ ਵੱਖਰੀ ਏਜੰਸੀ ਕਾਇਮ ਕੀਤੀ ਹੋਈ ਹੈ। ਸਥਾਨਿਕ ਲੋਕਾਂ ਦੀ ਭਾਈਵਾਲੀ ਨਾਲ ਸਥਾਨਿਕ ਪੱਧਰ ਉੱਤੇ ਜਿਹੜਾ ਹੈਗਾ ਖਾਣਾ ਪਕਾਉਣਾ
ਦੀ ਜਿਹੜੀ ਹੈਗੀ ਗੈਸ ਲਘੂ ਸਿੰਜਾਈ ਯੋਜਨਾ, ਪੀਣ ਦਾ ਜਿਹੜਾ ਹੈਗਾ ਵਾ ਪਾਣੀ ਅਤੇ ਸੜਕ ਉੱਤੇ ਰੋਸ਼ਨੀ ਦੇ ਪ੍ਰਬੰਧ ਦੇ ਕੰਮ ਨੂੰ ਜਿਹੜਾ ਹੈਗਾ ਬੜਾਵਾ ਦਿੱਤਾ ਜਾ ਰਿਹਾ ਹੈ। ਅਤੇ ਪੌਣ ਸ਼ਕਤੀ ਤੁਸੀਂ ਪੜ੍ਹ ਸਕਦੇ ਹੋ ਕੀ ਹੈ। ਪੌਣ ਸ਼ਕਤੀ ਨਾਲ ਦੋਸਤੋ ਪੇਂਡੂ ਖੇਤਰਾਂ ਵਿੱਚ ਸਿੰਜਾਈ ਦੇ ਪ੍ਰਬੰਧ ਵਿੱਚ ਮਦਦ ਮਿਲੀ ਹੈ। ਕਈ ਥਾਵਾਂ ਉੱਤੇ ਪੌਣ ਕੇਂਦਰਾਂ ਕੰਮ ਕਰ ਰਹੇ ਹਨ। ਇੱਥੇ ਪੈਦਾ ਹੋਈ ਬਿਜਲੀ ਨੂੰ ਜਿਹੜਾ ਹੈਗਾ ਵਾ ਗ੍ਰਿਡ ਪ੍ਰਣਾਲੀ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ। ਭਾਰਤ ਵਿੱਚ ਜਿਹੜਾ ਹੈਗਾ ਵਾ ਭੂ ਤਾਪੀ ਸ਼ਕਤੀ ਦਾ ਅੱਜ ਤੱਕ ਪੂਰੀ ਤਰ੍ਹਾਂ ਵਿਕਾਸ ਨਹੀਂ ਕੀਤਾ ਜਾ ਸਕਿਆ। ਹਿਮਾਚਲ ਵਿੱਚ ਜਿਹੜਾ ਹੈਗਾ ਵਾ ਮਣੀਕਰਨ ਵਿਖੇ ਸਥਿਤ ਗਰਮ ਜਲ ਸਰੋਤਾਂ ਤੋਂ ਜਿਹੜਾ ਹੈਗਾ ਵਾ ਸ਼ਕਤੀ ਉਤਪਾਦਨ ਦੇ ਯਤਨ ਕੀਤੇ ਜਾ ਰਹੇ ਹਨ। ਅੱਗੇ ਹੈ ਮਹੱਤਵਤਾ ਸ਼ਕਤੀ ਸਾਧਨਾਂ ਦੇ ਰੂਪ ਵਿੱਚ ਇਹਨਾਂ ਦੀ ਵਰਤੋਂ ਜਿਹੜੀ ਹੈਗੀ ਆ ਇਹਨਾਂ ਦੀ ਬਹੁਤ ਹੀ ਪੁਰਾਣੀ ਹੈ। ਠੀਕ ਹੈ ਜੀ। ਜਲ ਆਵਾਜਾਈ ਵਿੱਚ ਦੋਸਤੋ ਪੌਣ ਸ਼ਕਤੀ ਵਹਿੰਦੇ ਪਾਣੀ ਦੀ ਵਰਤੋਂ ਹੁੰਦੀ ਸੀ। ਠੀਕ ਹੈ ਜੀ। ਦੂਸਰਾ ਪੁਆਇੰਟ, ਆਟਾ ਪੀਹਣ ਦੇ ਲਈ ਜਿਹੜਾ ਹੈਗਾ ਵਾ ਪੌਣ ਚੱਕੀਆਂ ਚਲਾਈਆਂ ਜਾਂਦੀਆਂ ਹਨ। ਪਾਣੀ ਦੀ ਖਿੱਚਣ ਦੇ ਲਈ ਦੋਸਤੋ ਪੌਣ ਚੱਕੀਆਂ ਦੀ ਵਰਤੋਂ ਹੁੰਦੀ ਸੀ। ਅੱਜ ਦੇ ਯੁੱਗ ਵਿੱਚ ਦੋਸਤੋ ਇਹਨਾਂ ਦੀਆਂ ਕੁਝ ਵਿਸ਼ੇਸ਼ਤਾਵਾਂ ਪਰੰਪਰਾਗਤ ਸਾਧਨਾਂ ਦੀ ਕੁਝ ਘਾਟ ਦੇ ਕਾਰਨ ਇਹਨਾਂ ਦਾ ਮਹੱਤਵ ਜਿਹੜਾ ਹੈਗਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇਹਨਾਂ ਸਾਧਨਾਂ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਸਾਰੇ ਸਾਧਨ ਜਾਂ ਫਿਰ ਨਵਿਆਉਣਯੋਗ ਹਨ ਅਤੇ ਜਾਂ ਫਿਰ ਇਹ ਅਨੰਤ ਹਨ। ਇਹ ਸਾਧਨ ਦੋਸਤੋ ਘੱਟ ਖਰਚੀਲੇ ਵੀ ਹੈਗੇ ਆ। ਠੀਕ ਹੈ। ਤਾਂ ਇਸ ਤਰ੍ਹਾਂ ਤੁਸੀਂ ਆਹ ਦੇਖ ਸਕਦੇ ਹੋ। ਬਾਕੀ ਦੋਸਤੋ ਅਗਲਾ ਪ੍ਰਸ਼ਨ ਦੇਖਦੇ ਹਾਂ। ਅਗਲਾ ਪ੍ਰਸ਼ਨ ਇਹਦੇ ਵਿੱਚ ਕੀ ਪੁੱਛਿਆ ਸੀਗਾ ਆਪਣਾ, ਹਾਂਜੀ, ਭਾਰਤ ਵਿੱਚ ਗਰਮੀਆਂ ਅਤੇ ਸਰਦੀਆਂ ਰੁੱਤਾਂ ਦੇ ਜਿਹੜੀ ਹੈਗੇ ਤੁਲਨਾ ਕਰੋ। ਤਾਂ ਦੋਸਤੋ ਤੁਸੀਂ ਆਹ ਦੇਖ ਸਕਦੇ ਹੋ ਸਰਦ ਮੌਸਮ ਦੀ ਰੁੱਤ ਸਭ ਤੋਂ ਪਹਿਲਾਂ। ਠੀਕ ਹੈ ਜੀ। ਤਾਂ ਦੇਖੋ ਤਾਪਮਾਨ ਇਹਨੂੰ ਪੜ੍ਹ ਸਕਦੇ ਹਾਂ ਕਿਉਂਕਿ ਇਸ ਰੁੱਤ ਵਿੱਚ ਜਿਹੜਾ ਹੈਗਾ ਸੂਰਜ ਦੱਖਣੀ ਅੱਧ ਗੋਲੇ ਵਿੱਚ ਮਕਰ ਰੇਖਾ 'ਤੇ ਸਿੱਧਾ ਚਮਕ ਰਿਹਾ ਹੁੰਦਾ ਹੈ। ਇਸ ਕਰਕੇ ਭਾਰਤ ਦੇ ਦੱਖਣੀ ਭਾਗਾਂ ਤੋਂ ਉੱਤਰ ਵੱਲ ਜਾਂਦੇ ਤਾਪਮਾਨ ਲਗਾਤਾਰ ਜਿਹੜਾ ਹੈਗਾ ਘਟਦਾ ਜਾਂਦਾ ਹੈ। ਹਵਾ ਦਾ ਦਬਾਅ ਵੀ ਪੌਣਾ ਅਤੇ ਵਰਖਾ, ਤੁਸੀਂ ਇਸ ਨੂੰ ਰੀਡ ਕਰ ਸਕਦੇ ਹੋ ਦੋਸਤੋ। ਇਹਦੇ ਵਿੱਚ ਕੀ ਲਿਖਿਆ ਹੋਇਆ ਵਾ। ਉਸ ਤੋਂ ਬਾਅਦ ਦੋਸਤੋ ਇਹਨਾਂ ਦਾ ਜਿਹੜਾ ਹੈਗਾ ਪੁਆਇੰਟ 5ਵਾਂ ਵਾ ਮੌਸਮ। ਠੀਕ ਹੈ ਜੀ। ਤਾਂ ਸਰਦੀਆਂ ਦੀ ਰੁੱਤ ਵਿੱਚ ਮੌਸਮ ਜਿਹੜਾ ਹੈਗਾ ਸੁਹਾਵਣਾ ਹੁੰਦਾ ਹੈ। ਅੱਗੇ ਆਪਣਾ ਗਰਮ ਮੌਸਮ ਦੀ ਰੁੱਤ। ਠੀਕ ਹੈ। ਤਾਂ ਦੇਖੋ ਤਾਪਮਾਨ ਭਾਰਤ ਵਿੱਚ ਜਿਹੜਾ ਹੈਗਾ ਗਰਮੀ ਦੀ ਰੁੱਤ ਸਭ ਤੋਂ ਲੰਬੀ ਹੁੰਦੀ ਹੈ। ਠੀਕ ਹੈ ਜੀ। 21 ਮਾਰਚ ਤੋਂ ਬਾਅਦ ਹੀ ਦੇਸ਼ ਦੇ ਅੰਦਰੂਨੀ ਭਾਗਾਂ ਦਾ ਤਾਪਮਾਨ ਬਦਲਣ ਲੱਗਦਾ ਹੈ। ਠੀਕ ਹੈ। ਤਾਂ ਇਹਦਾ ਆਨਸਰ ਤੁਸੀਂ ਰੀਡ ਵੀ ਕਰ ਸਕਦੇ ਹੋ। ਦੂਸਰਾ ਪੁਆਇੰਟ ਹੈ ਆਪਣਾ ਹਵਾ ਦਾ ਦਬਾਅ। ਤਾਂ ਦੇਖੋ ਤਾਪਮਾਨ ਦੇ ਵਧਣ ਕਾਰਨ ਦੋਸਤੋ ਹਵਾ ਦੇ ਜਿਹੜੇ ਹੈਗੇ ਆ ਘੱਟ ਦਬਾਅ ਦੇ ਖੇਤਰ ਦੇਸ਼ ਦੇ ਉੱਤਰੀ ਭਾਗਾਂ ਵੱਲ ਵਧਣ ਲੱਗਦੇ ਹਨ। ਠੀਕ ਹੈ। ਤਾਂ ਇਹ ਤੁਸੀਂ ਹਵਾ ਦਾ ਦਬਾਅ ਵੀ ਪੜ੍ਹ ਸਕਦੇ ਹੋ। ਪੌਣਾ, ਤਾਂ ਦੇਖੋ ਦੇਸ਼ ਦੇ ਅੰਦਰ ਜਿਹੜਾ ਘੱਟ ਦਬਾਅ ਦੇ ਵਿਸ਼ਾਲ ਖੇਤਰ ਸਥਾਪਿਤ ਹੋ ਜਾਣ ਕਾਰਨ ਗਰਮ ਅਤੇ ਖੁਸ਼ਕ ਸਥਾਨਾਂ ਪੌਣਾ ਚੱਲਣ ਲੱਗਦੀਆਂ ਹਨ। ਤਾਂ ਤੁਸੀਂ ਇਸ ਨੂੰ ਵੀ ਰੀਡ ਕਰ ਸਕਦੇ ਹੋ ਚੰਗੀ ਤਰ੍ਹਾਂ। ਬਾਕੀ ਵਰਖਾ ਦਾ ਪੁਆਇੰਟ ਤੁਸੀਂ ਰੀਡ ਕਰ ਸਕਦੇ ਹੋ। ਠੀਕ ਹੈ ਜੀ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਅਗਲਾ ਆਪਣਾ ਦੋਸਤੋ ਪ੍ਰਸ਼ਨ ਕੀ ਇੱਥੇ ਭਾਰਤ ਵਿੱਚ ਲਘੂ ਉਦਯੋਗ ਅਤੇ ਜਿਹੜਾ ਹੈਗਾ ਕੁਟੀਰ ਉਦਯੋਗ ਦਾ ਜਿਹੜਾ ਹੈਗਾ ਮਹੱਤਵ ਦੱਸੋ। ਤਾਂ ਦੇਖੋ ਦੋਸਤੋ ਆਨਸਰ ਕੀ ਹੈ, ਭਾਰਤ ਵਿੱਚ ਲਘੂ ਉਦਯੋਗ ਅਤੇ ਕੁਟੀਰ ਉਦਯੋਗ ਦਾ ਮਹੱਤਵ। ਤਾਂ ਦੇਖੋ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਕਰਦੇ ਆ। ਠੀਕ ਹੈ ਜੀ। ਇੱਕ ਤਾਂ ਉਤਪਾਦਨ ਵਿੱਚ ਤੇਜ਼ ਵਾਧਾ ਕਰਦੇ ਨੇ, ਪਿੰਡਾਂ ਦਾ ਵਿਕਾਸ ਕਰਦੇ ਆ। ਠੀਕ ਹੈ ਜੀ। ਅਤੇ ਵਿਤਰਨ ਵਿਤਰਨ ਵਿਖਮਤਾ ਵਿੱਚ ਕਮੀ। ਠੀਕ ਹੈ। ਤਾਂ ਤੁਸੀਂ ਇਸ ਨੂੰ ਰੀਡ ਵੀ ਕਰ ਸਕਦੇ ਹੋ। ਇਹ ਤੁਹਾਡਾ ਆਨਸਰ ਹੋ ਜਾਏਗਾ ਇਹ ਪ੍ਰਸ਼ਨ ਦਾ। ਠੀਕ ਹੈ ਜੀ। ਅਗਲਾ ਪ੍ਰਸ਼ਨ ਆਪਣਾ ਕੀ ਇੱਥੇ ਦੋਸਤੋ ਵਿਕਾਸ ਦਰ ਦੀ ਪਰਿਭਾਸ਼ਾ ਦਿਓ ਅਤੇ ਇਸ ਦੀ ਗਣਨਾ ਕਿਵੇਂ ਕੀਤੀ ਜਾ ਸਕਦੀ ਹੈ। ਵਿਕਾਸ ਦਰ ਦੀ ਪਰਿਭਾਸ਼ਾ। ਤਾਂ ਦੇਖੋ ਦੋਸਤੋ ਵਿਕਾਸ ਦਰ ਉਹ ਪ੍ਰਤੀਸ਼ਤ ਦਰ ਹੈ ਜੋ ਇਹ ਪਤਾ ਲਗਾਉਂਦਾ ਹੈ ਕਿ ਇੱਕ ਸਾਲ ਦੀ ਤੁਲਨਾ ਵਿੱਚ ਦੂਜੇ ਸਾਲ ਦੀ ਰਾਸ਼ਟਰੀ ਆਮਦਨ ਜਾਂ ਫਿਰ ਪ੍ਰਤੀ ਵਿਅਕਤੀ ਆਮਦਨ ਵਿੱਚ ਕਿੰਨੇ ਪ੍ਰਤੀਸ਼ਤ ਪਰਿਵਰਤਨ ਹੋਇਆ ਹੈ, ਯਾਨੀ ਕਿ ਚੇਂਜ ਹੋਇਆ ਹੈ। ਜਿਵੇਂ ਕਿ ਦੇਖੋ ਪ੍ਰਤੀ ਵਿਅਕਤੀ ਆਮਦਨ ਦੀ ਵਿਕਾਸ ਦਰ, ਤਾਂ ਪ੍ਰਤੀ ਵਿਅਕਤੀ ਆਮਦਨ ਵਿੱਚ ਪਰਿਵਰਤਨ ਅਤੇ ਆਰੰਭਿਕ ਪ੍ਰਤੀ ਵਿਅਕਤੀ ਆਮਦਨ ਵਟੇ ਦੇ ਵਿੱਚ। ਠੀਕ ਹੈ ਜੀ। ਤਾਂ ਵਿਕਾਸ ਦਰ ਦੀ ਜਿਹੜੀ ਗਣਨਾ ਨੂੰ ਇਸ ਉਦਾਹਰਨ ਦੁਆਰਾ ਜਿਹੜਾ ਹੈਗਾ ਸਪਸ਼ਟ ਕੀਤਾ ਜਾ ਸਕਦਾ ਹੈ। ਮੰਨ ਲਓ 2003 ਵਿੱਚ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ 10,000 ਰੁਪਏ ਸੀ ਅਤੇ 2004 ਵਿੱਚ ਇਹ ਵੱਧ ਕੇ 12,000 ਰੁਪਏ ਹੋ ਗਈ। ਸਪਸ਼ਟ ਹੈ ਕਿ ਪ੍ਰਤੀ ਵਿਅਕਤੀ ਆਮਦਨ ਵਿੱਚ ਪਰਿਵਰਤਨ 12,000 ਮਾਈਨਸ 10,000 ਯਾਨੀ ਕਿ 2,000 ਰੁਪਏ ਦਾ ਹੋਇਆ ਹੈ। ਤਾਂ ਆਰੰਭਿਕ ਪ੍ਰਤੀ ਵਿਅਕਤੀ ਆਮਦਨ 10,000 ਰੁਪਏ। ਠੀਕ ਹੈ ਜੀ। ਤਾਂ ਦੇਖੋ ਪ੍ਰਤੀ ਵਿਅਕਤੀ ਆਮਦਨ ਦੀ ਵਿਕਾਸ ਦਰ 2,000 ਵਟੇ 10,000 ਇੰਟੂ 100 ਤਾਂ ਦੋਸਤੋ 20% ਜਿਹੜੀ ਹੈਗੀ ਆ ਜਾਏਗੀ। ਇਸ ਲਈ ਪ੍ਰਤੀ ਵਿਅਕਤੀ ਆਮਦਨ ਦੀ ਵਿਕਾਸ ਦਰ ਜਿਹੜਾ ਹੈਗਾ ਵਾ 20% ਹੈਗੀ ਆ। ਤਾਂ ਤੁਹਾਡਾ ਆਨਸਰ ਇਹ ਹੋ ਜਾਏਗਾ। ਉਸ ਤੋਂ ਬਾਅਦ ਆਪਣਾ ਪ੍ਰਸ਼ਨ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਸੈਨਾ ਨਾਇਕ ਦੇ ਰੂਪ ਵਿੱਚ ਸ਼ਖਸੀਅਤ ਬਾਰੇ ਲਿਖੋ। ਤਾਂ ਦੋਸਤੋ ਆਨਸਰ ਤੁਸੀਂ ਪੜ੍ਹ ਸਕਦੇ ਹੋ। ਗੁਰੂ ਗੋਬਿੰਦ ਸਿੰਘ ਜੀ ਦੇ ਸੈਨਾ ਨਾਇਕ ਦੇ ਰੂਪ ਵਿੱਚ ਸ਼ਖਸੀਅਤ ਬਾਰੇ ਲਿਖੋ। ਤਾਂ ਗੁਰੂ ਗੋਬਿੰਦ ਸਿੰਘ ਜੀ ਇੱਕ ਕੁਸ਼ਲ ਸੈਨਾਪਤੀ ਅਤੇ ਵੀਰ ਸੈਨਿਕ ਸਨ। ਪਹਾੜੀ ਰਾਜਿਆਂ ਅਤੇ ਮੁਗਲਾਂ ਦੇ ਵਿਰੁੱਧ ਲੜੀ ਗਈ ਹਰੇਕ ਲੜਾਈ ਵਿੱਚ ਉਹਨਾਂ ਨੇ ਆਪਣੇ ਵੀਰ ਸੈਨਿਕ ਹੋਣ ਦਾ ਸਬੂਤ ਦਿੱਤਾ ਹੈ। ਤੀਰ ਚਲਾਉਣਾ, ਤਲਵਾਰ ਚਲਾਉਣਾ, ਘੋੜਸਵਾਰੀ ਕਰਨ ਲਈ ਦੋਸਤੋ ਉਹ ਵਿਸ਼ੇਸ਼ ਰੂਪ ਵਿੱਚ ਨਿਪੁੰਨ ਸਨ। ਗੁਰੂ ਜੀ ਇੱਕ ਜਿਹੜੇ ਹੈਗੇ ਆ ਉੱਚ ਕੋਟੀ ਦੇ ਸੈਨਾਪਤੀ ਦੇ ਗੁਣ ਸਨ। ਉਹਨਾਂ ਦੇ ਜਿਹੜੇ ਹੈਗੇ ਸੈਨਿਕ ਅਤੇ ਘੱਟ ਯੁੱਧ ਸਮੱਗਰੀ ਹੁੰਦੇ ਹੋਏ ਵੀ ਦੋਸਤੋ ਪਹਾੜੀ ਰਾਜਿਆਂ ਅਤੇ ਮੁਗਲਾਂ ਦੇ ਨੱਕ ਵਿੱਚ ਜਿਹੜਾ ਹੈਗਾ ਦਮ ਕਰ ਰੱਖਿਆ ਸੀ। ਚਮਕੌਰ ਸਾਹਿਬ ਦੀ ਲੜਾਈ ਵਿੱਚ ਠੀਕ ਹੈ ਜੀ ਉਹਨਾਂ ਦੇ ਨਾਲ ਕੇਵਲ 40 ਸਿੱਖ ਸਨ, ਪਰ ਦੋਸਤੋ ਗੁਰੂ ਜੀ ਦੀ ਅਗਵਾਈ ਵਿੱਚ ਉਹਨਾਂ ਨੇ ਹੱਥ ਦਿਖਾਏ ਅਤੇ ਜਿਹੜਾ ਹੈਗਾ ਵਾ ਇੱਕ ਵਾਰ ਤਾਂ ਦੋਸਤੋ ਹਜ਼ਾਰਾਂ ਦੀ ਮੁਗਲ ਸੈਨਾ ਜਿਹੜੀ ਹੈਗੀ ਘਬਰਾ ਗਈ। ਠੀਕ ਹੈ ਜੀ। ਤਾਂ ਦੋਸਤੋ ਇਹ ਤੁਹਾਡਾ ਆਨਸਰ ਇਸ ਪ੍ਰਕਾਰ ਲਿਖ ਦੇਣਾ ਵਾ। ਅਗਲਾ ਪ੍ਰਸ਼ਨ ਦੋਸਤੋ ਕੀ ਹੈ, ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਕਿਹੜੇ ਮਸਲਿਆਂ ਦੇ ਸੰਬੰਧ ਜਿਹੜੇ ਹੈਗੇ ਅਸੁਖਾਵੇ ਸਨ। ਠੀਕ ਹੈ ਜੀ। ਤਾਂ ਦੇਖੋ ਇਹਦਾ ਆਨਸਰ ਆਹੀ ਆ, ਕਿਹਨਾਂ ਮਸਲਿਆਂ ਉੱਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੀ ਨਾ ਬਣੀ ਜਾਂ ਫਿਰ ਦੋਸਤੋ ਅਸੁਖਾਵੇ ਸੀਗੇ। ਤਾਂ ਦੋਸਤੋ ਸਭ ਤੋਂ ਪਹਿਲਾਂ ਇਹਦਾ ਪੁਆਇੰਟ ਹੈਗਾ ਸਿੰਧ ਦਾ ਪ੍ਰਸ਼ਨ। ਠੀਕ ਹੈ। ਸਿੰਧ ਪੰਜਾਬ ਦੇ ਦੱਖਣ ਪੱਛਮ ਵਿੱਚ ਸਥਿਤ ਬਹੁਤ ਮਹੱਤਵਪੂਰਨ ਪ੍ਰਦੇਸ਼ ਹੈ। ਇੱਥੇ ਦੇ ਨੇੜਲੇ ਪ੍ਰਦੇਸ਼ਾਂ ਨੂੰ ਜਿੱਤਣ ਤੋਂ ਬਾਅਦ 1830-31 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ
ਸਿੰਧ ਉੱਤੇ ਦੋਸਤੋ ਕਬਜ਼ਾ ਕਰਨ ਦਾ ਫੈਸਲਾ ਕੀਤਾ, ਪਰ ਭਾਰਤ ਦੇ ਗਵਰਨਰ ਜਨਰਲ ਨੇ ਮਹਾਰਾਜਾ ਦੀ ਇਸ ਜਿੱਤ ਉੱਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ। ਇਸ ਸੰਬੰਧ ਵਿੱਚ ਉਸ ਨੇ ਅਕਤੂਬਰ 1831 ਨੂੰ ਮਹਾਰਾਜਾ ਨਾਲ ਰੋਪੜ ਵਿੱਚ ਮੁਲਾਕਾਤ ਕੀਤੀ, ਪਰ ਦੂਜੇ ਪਾਸੇ ਉਸ ਨੇ ਜਿਹੜਾ ਹੈਗਾ ਵਾ ਕਰਨਲ ਪੋਟਿੰਗਰ ਜਿਹੜਾ ਕਰਨਲ ਆ ਠੀਕ ਪੋਟਿੰਗਰ ਨੂੰ ਜਿਹੜਾ ਹੈਗਾ ਵਾ ਸਿੰਧ ਦੇ ਅਮੀਰਾਂ ਨਾਲ ਵਪਾਰਕ ਸੰਧੀ ਕਰਨ ਲਈ ਭੇਜ ਦਿੱਤਾ। ਜਦੋਂ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਫਿਰ ਕੀ ਆ, ਉਸ ਨੂੰ ਬਹੁਤ ਹੀ ਦੁੱਖ ਹੋਇਆ। ਸਿੱਟੇ ਵਜੋਂ ਅੰਗਰੇਜ਼ ਸਿੱਖਾਂ ਦੇ ਸੰਬੰਧ ਵਿੱਚ ਤਣਾਅ ਪੈਦਾ ਹੋਣ ਲੱਗਿਆ। ਇਸੇ ਤਰ੍ਹਾਂ ਦੋਸਤੋ ਤੁਹਾਡੇ ਦੂਸਰਾ ਪੁਆਇੰਟ ਆ ਠੀਕ ਹੈ, ਜਿਵੇਂ ਕਿ ਸ਼ਿਕਾਰਪੁਰਨ ਦਾ ਪ੍ਰਸ਼ਨ, ਫਿਰੋਜ਼ਪੁਰ ਦਾ ਪ੍ਰਸ਼ਨ, ਠੀਕ ਹੈ ਜੀ। ਤਾਂ ਤੁਸੀਂ ਇਹ ਵੀ ਪੁਆਇੰਟ ਲਿਖ ਦੇਣਾ ਵਾ, ਠੀਕ ਹੈ, ਤਾਂ ਇਹ ਤੁਹਾਡਾ ਆਨਸਰ ਪੂਰਾ ਦਾ ਪੂਰਾ ਹੋ ਜਾਏਗਾ। ਉਸ ਤੋਂ ਬਾਅਦ ਦੋਸਤੋ ਆਪਣਾ ਪ੍ਰਸ਼ਨ ਆ ਕਿ ਵਿਸ਼ਵ ਸ਼ਾਂਤੀ ਵਿੱਚ ਭਾਰਤ ਦੀ ਭੂਮਿਕਾ ਉੱਤੇ ਜਿਹੜਾ ਹੈਗਾ ਸੰਖੇਪ ਨੋਟ ਲਿਖੋ। ਤਾਂ ਦੋਸਤੋ ਦੇਖੋ ਕੀ ਹੈ, ਆਹੀ ਪ੍ਰਸ਼ਨ ਆ ਤੁਹਾਡਾ, ਠੀਕ ਹੈ। ਭਾਰਤੀ ਸੰਵਿਧਾਨ ਦੇ ਨੀਤੀ ਨਿਰਦੇਸ਼ਕ ਤੱਤਾਂ ਵਿੱਚ ਇਸ ਦਾ ਜਿਹੜਾ ਹੈਗਾ ਵਰਣਨ ਹੈ ਕਿ ਭਾਰਤ ਅੰਤਰਰਾਸ਼ਟਰੀ ਸ਼ਾਂਤੀ ਅਤੇ ਸਹਿਯੋਗ ਨੂੰ ਬੜਾਵਾ ਦੇਵੇਗਾ। ਇਸ ਤੋਂ ਇਲਾਵਾ ਇਹ ਦੋਸਤੋ ਅੰਤਰਰਾਸ਼ਟਰੀ ਝਗੜਿਆਂ ਨੂੰ ਸ਼ਾਂਤਮਈ ਢੰਗ ਨਾਲ ਜਿਹੜਾ ਹੈਗਾ ਸੁਲਝਾਉਣ ਦਾ ਯਤਨ ਕਰੇਗਾ। ਭਾਰਤ ਵਿੱਚ ਇਹ ਦੋਵੇਂ ਕੰਮ ਸੰਯੁਕਤ ਰਾਸ਼ਟਰ ਦੇ ਮਾਧਿਅਮ ਨਾਲ ਕਰਿਆ ਜਾ ਰਿਹਾ ਹੈ। ਇਸ ਦਾ ਜਿਹੜਾ ਹੈਗਾ ਵਾ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਦਾ ਵਿੱਚ ਜਿਹੜਾ ਹੈਗਾ ਪੂਰਾ ਵਿਸ਼ਵਾਸ ਹੈ, ਇਸ ਲਈ ਸੰਯੁਕਤ ਰਾਸ਼ਟਰ ਉਸ ਨੂੰ ਜਿਹੜਾ ਹੈਗਾ ਵਾ ਉਸ ਦੇ ਕੰਮਾਂ ਵਿੱਚ ਆਪਣਾ ਜਿਹੜਾ ਹੈਗਾ ਪੂਰਾ ਸਹਿਯੋਗ ਦਿੰਦਾ ਹੈ। ਇਸ ਸੰਬੰਧ ਵਿੱਚ ਹੇਠ ਲਿਖੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ, ਜਿਵੇਂ ਕਿ ਦੋਸਤੋ ਕੋਰੀਆ, ਕਾਂਗੋ ਅਤੇ ਮਿਸਰ ਵਿੱਚ ਜਿਹੜਾ ਹੈਗਾ ਸ਼ਾਂਤੀ ਦੀ ਸਥਾਪਨਾ। ਦੂਸਰਾ ਦੋਸਤੋ ਬਸਤੀਵਾਦ ਤੇ ਜਾਤੀ ਭੇਦਭਾਵ। ਤੀਸਰਾ ਦੋਸਤੋ ਗੁੱਟ ਨਿਰਲੇਪਤਾ ਦੀ ਨੀਤੀ, ਠੀਕ ਹੈ, ਭੇਦਭਾਵ ਦੀ ਸਮਾਪਤੀ, ਠੀਕ ਹੈ, ਬਸਤੀਵਾਦ ਤੇ ਜਾਤੀ ਭੇਦਭਾਵ ਦੀ ਸਮਾਪਤੀ। ਆਹ ਤੁਹਾਡੇ 3 ਪੁਆਇੰਟ ਤੁਸੀਂ ਇਸ ਨੂੰ ਇਸ ਤਰ੍ਹਾਂ ਹੀ ਲਿਖ ਦੇਣਾ ਵਾ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵਾ। ਅਗਲਾ ਦੋਸਤੋ ਤੁਹਾਡਾ ਪ੍ਰਸ਼ਨ ਹੈ ਭਾਰਤੀ ਚੋਣ ਕਮਿਸ਼ਨ ਦੇ ਸੰਗਠਨ ਤੇ ਜਿਹੜਾ ਹੈਗਾ ਕਾਰਜ ਤੋਂ ਜਿਹੜਾ ਹੈਗਾ ਜਾਣੂ ਕਰਵਾਓ। ਤਾਂ ਦੋਸਤੋ ਦੇਖੋ ਕੀ ਹੈ, ਸੰਗਠਨ ਭਾਰਤੀ ਚੋਣ ਕਮਿਸ਼ਨ ਦੀ ਨਿਯੁਕਤੀ ਦੋਸਤੋ ਰਾਸ਼ਟਰਪਤੀ ਦੁਆਰਾ ਜਿਹੜੀ ਹੈਗੀ ਕੀਤੀ ਜਾਂਦੀ ਹੈ। ਇਸ ਦੇ ਮੁਖੀ ਨੂੰ ਚੋਣ ਕਮਿਸ਼ਨਰ ਕਹਿੰਦੇ ਹਨ, ਠੀਕ ਹੈ ਜੀ। ਇਸ ਦਾ ਜਿਹੜਾ ਹੈਗਾ ਕਾਰਜਕਾਲ ਰਾਸ਼ਟਰਪਤੀ ਨਿਯਮ ਬਣਾ ਕੇ ਨਿਸ਼ਚਿਤ ਕਰਦਾ ਹੈ, ਜੋ ਕਿ ਅਕਸਰ 6 ਸਾਲ ਹੁੰਦਾ ਹੈ। ਕਾਰਜ ਕੀ ਹੈ ਚੋਣ ਕਮਿਸ਼ਨ ਦੇ ਮੁੱਖ ਹੇਠ ਲਿਖੇ ਕਾਰਜ ਨੇ, ਜਿਵੇਂ ਕਿ ਚੋਣਕਾਰਾਂ ਦੀ ਸੂਚੀਆਂ ਤਿਆਰ ਕਰਨਾ, ਠੀਕ ਹੈ ਜੀ, ਚੋਣ ਪ੍ਰਕਿਰਿਆ ਦੇ ਵੱਖ-ਵੱਖ ਕਾਰਜਾਂ ਦਾ ਨਿਰੀਖਣ ਕਰਨਾ, ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣਾ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਦੋਸਤੋ ਤੁਹਾਡੇ ਹੁਣ ਕੀ ਨੇ, ਅਗਲਾ ਪ੍ਰਸ਼ਨ ਦੇਖਦੇ ਹਾਂ। ਅਗਲਾ ਪ੍ਰਸ਼ਨ ਭਾਗ ਹਾਹਾ ਵਾ, ਠੀਕ ਹੈ ਜੀ। ਤਾਂ ਸਰੋਤ ਆਧਾਰਿਤ ਪ੍ਰਸ਼ਨ ਨੇ, ਤਾਂ ਇਹਦੇ ਵਿੱਚ ਕੀ ਹੈ ਦੋਸਤੋ, ਸਭ ਤੋਂ ਪਹਿਲਾਂ ਆਹ ਜਿਹੜਾ ਪੈਰਾ ਦਿੱਤਾ ਹੋਇਆ ਵਾ ਨਾ, ਇੱਥੋਂ ਤੋਂ ਲੈ ਕੇ ਇੱਥੇ ਤੱਕ ਚੰਗੀ ਤਰ੍ਹਾਂ ਪੜ੍ਹ ਲਓ, ਫਿਰ ਜਿਹੜੇ ਹੈਗੇ ਪ੍ਰਸ਼ਨਾਂ ਦੇ ਉੱਤਰ ਦਿਓ। ਤਾਂ ਦੇਖੋ ਸਭ ਤੋਂ ਪਹਿਲਾ ਪ੍ਰਸ਼ਨ ਇਹਨੇ ਪੁੱਛਿਆ ਕਿ ਕਿਸਾਨ ਵੱਲੋਂ ਅਪਣਾਏ ਗਏ ਫਸਲੀ ਚੱਕਰਾਂ ਵਿੱਚੋਂ ਕਿਹੜੀ ਅਨਾਜੀ ਫਸਲ ਜਿਹੜੀ ਹੈਗੀ ਸਭ ਤੋਂ ਵੱਧ ਜਿਹੜੀ ਹੈਗੀਆਂ ਨੇ ਉਗੀਆਂ ਹਨ। ਤਾਂ ਦੋਸਤੋ ਦੇਖੋ ਆਹ ਜਿਹੜਾ ਤੁਹਾਡਾ ਪਹਿਲਾ ਪ੍ਰਸ਼ਨ ਹੈ ਨਾ, ਠੀਕ ਹੈ ਜੀ, ਕਿਸਾਨਾਂ ਵੱਲੋਂ ਅਪਣਾਏ ਗਏ ਫਸਲੀ ਚੱਕਰਾਂ ਵਿੱਚ ਕਿਹੜੀ ਅਨਾਜੀ ਫਸਲਾਂ ਸਭ ਤੋਂ ਵੱਧ ਉਗਾਈਆਂ ਗਈਆਂ, ਠੀਕ ਹੈ ਜੀ। ਤਾਂ ਇਹਦਾ ਆਨਸਰ ਜਿਹੜਾ ਹੈਗਾ ਵਾ ਮੈਨੂੰ ਲੱਗਦਾ ਇਹ ਤੁਹਾਡਾ ਆ ਜਾਏਗਾ ਪਹਿਲੇ ਪ੍ਰਸ਼ਨ ਦਾ, ਠੀਕ ਹੈ ਜੀ। ਇਹ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਜਿਹੜਾ ਹੈਗਾ ਕਣਕ ਝੋਨੇ ਦਾ, ਠੀਕ ਹੈ, ਤੇ ਜਿਹੜੇ ਪੱਛਮੀ ਉੱਤਰ ਪ੍ਰਦੇਸ਼ ਦੇ ਜਿਹੜੇ ਹੈਗੇ ਕਿਸਾਨਾਂ ਨੇ ਜਿਹੜਾ ਹੈਗਾ ਕਣਕ ਗੰਨੇ ਦਾ ਫਸਲੀ ਚੱਕਰ, ਇਹ ਜਿਹੜਾ ਹੈਗਾ ਆਨਸਰ ਆ ਜਾਏਗਾ। ਇਹ ਫਸਲ ਜਿਹੜਾ ਹੈਗਾ ਵਾ ਉੱਤਰ ਪ੍ਰਦੇਸ਼, ਪੱਛਮੀ ਉੱਤਰ ਪ੍ਰਦੇਸ਼ ਦੇ, ਤੇ ਬਾਕੀ ਜਿਹੜਾ ਹੈਗਾ ਵਾ ਪੰਜਾਬ ਤੇ ਹਰਿਆਣਾ ਦੇ ਜਿਹੜਾ ਹੈਗਾ ਵਾ ਆਪਣਾ ਕਣਕ ਤੇ ਝੋਨੇ ਦਾ ਇੱਥੇ ਆਨਸਰ ਇਹ ਹੋਏਗਾ, ਠੀਕ ਹੈ ਜੀ। ਤੇ ਦੂਸਰਾ ਪ੍ਰਸ਼ਨ ਆਪਣਾ ਦੇਖੋ ਕੀ ਇੱਥੇ, ਤੇ ਦੋਸਤੋ ਜਿਹੜਾ ਦੂਸਰਾ ਪ੍ਰਸ਼ਨ ਆ, ਠੀਕ ਹੈ, ਨਵੇਂ ਫਸਲੀ ਚੱਕਰ ਨਾਲ ਖਾਸ ਕਰ ਕਿਹੜੀਆਂ ਫਸਲਾਂ ਦੇ ਉਤਪਾਦਨ ਦਾ ਨੁਕਸਾਨ ਹੋਇਆ ਹੈ। ਤਾਂ ਇਹਦਾ ਆਨਸਰ ਜਿਹੜਾ ਹੈਗਾ ਵਾ ਮੈਨੂੰ ਲੱਗਦਾ ਇਹ ਆਏਗਾ। ਇਸ ਨਾਲ ਜਿਹੜਾ ਹੈਗਾ ਦਾਲਾਂ ਤੇ ਤੇਲ ਦੇ ਬੀਜਾਂ ਵਾਲੀਆਂ ਫਸਲਾਂ ਦੇ ਉਤਪਾਦਨ ਵਿੱਚ ਜਿਹੜਾ ਹੈਗਾ ਵਾ ਕਾਫੀ ਨੁਕਸਾਨ ਹੋਇਆ ਹੈ। ਤੇ ਤੀਸਰਾ ਆਪਣਾ ਪ੍ਰਸ਼ਨ ਆ ਉੱਪਰਲੇ ਪੈਰੇ ਵਿੱਚ ਦੋਸਤੋ ਕਿਹੜੇ 2 ਕੌਮਾਂਤਰੀ ਬਲਾਕਾਂ ਦਾ ਜਿਹੜਾ ਹੈਗਾ ਜ਼ਿਕਰ ਹੈ। ਤਾਂ ਇਹਦਾ ਦੋਸਤੋ ਆ ਜਾਏਗਾ ਅਮਰੀਕੀ ਬਲਾਕ ਤੇ ਆਪਣਾ ਜਿਹੜਾ ਹੈਗਾ ਵਾ ਇੱਥੇ ਸੋਵੀਅਤ ਬਲਾਕ, ਠੀਕ ਹੈ ਜੀ। ਅੱਗੇ ਦੋਸਤੋ ਪੰਜਾਬ ਤੇ ਹਰਿਆਣਾ ਨੇ ਹਰੀ ਕ੍ਰਾਂਤੀ ਦੀ ਜਿਹੜੀ ਹੈਗੀਆਂ ਨੇ ਹਰੀ ਕ੍ਰਾਂਤੀ ਦੀਆਂ ਕੀਮਤਾਂ ਅਦਾ ਕੀਤੀਆਂ ਨੇ, ਠੀਕ ਹੈ ਜੀ। ਕੀ ਜਿਹੜੀ ਹੈਗੇ ਨੇ ਕੀਮਤਾਂ ਅਦਾ ਕੀਤੀਆਂ ਨੇ। ਤਾਂ ਦੋਸਤੋ ਇਹਦਾ ਆਨਸਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਆਨਸਰ ਹੈਗਾ ਵਾ ਇੱਥੇ ਆਪਣਾ, ਹਾਂਜੀ। ਤਾਂ ਦੇਖੋ ਦੋਸਤੋ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਲਿਖਾਂਗੇ ਆਪਣਾ ਭੂਮੀ ਦੀ ਜਿਹੜੀ ਹੈਗੀ ਦੋਸਤੋ ਉਤਪਾਦਕਤਾ ਵਿੱਚ ਕਮੀ ਤੇ ਜ਼ਮੀਨੋ ਦਰਜ ਜਲ ਦੀ ਵੱਡੀ ਕਮੀ ਦੀ ਜਿਹੜੀ ਹੈਗੀ ਹੈ ਜੋ ਕੀਮਤ ਪੰਜਾਬ ਤੇ ਹਰਿਆਣਾ ਨੇ ਅਦਾ ਕੀਤੀ। ਤਾਂ ਇਹਦਾ ਆਨਸਰ ਤੁਸੀਂ ਇਸ ਪ੍ਰਕਾਰ ਇਹ ਲਿਖ ਦੇਣਾ ਵਾ। ਅੱਗੇ ਦੋਸਤੋ ਤੁਹਾਡਾ ਭਾਗ ਕੱਕਾ ਵਾ, ਠੀਕ ਹੈ ਜੀ, ਨਕਸ਼ੇ ਵਾਲਾ ਪ੍ਰਸ਼ਨ ਆ। ਤਾਂ ਚਲੋ ਦੋਸਤੋ ਆ ਵੀ ਦੇਖ ਲੈਂਦੇ ਹਾਂ ਨਕਸ਼ੇ ਵਾਲਾ ਪ੍ਰਸ਼ਨ, ਠੀਕ ਹੈ ਜੀ। ਤਾਂ ਦੇਖੋ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਿਆ ਹੋਇਆ ਵਾ ਭਾਰਤ ਦੇ ਖਾਕੇ ਦੇ ਵਿੱਚ, ਇੰਡੀਆ ਦੇ ਮੈਪ ਦੇ ਵਿੱਚ ਬੰਗਾਲ ਦੀ ਖਾੜੀ ਤੇ ਸ਼ਿਵਾਲਿਕ ਪਰਬਤ ਲੜੀ ਦਿਖਾਓ, ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਤੁਸੀਂ ਆਹ ਦੇਖ ਸਕਦੇ ਹੋ ਦੋਸਤੋ ਸ਼ਿਵਾਲਿਕ ਪਰਬਤ ਲੜੀ, ਆਹ ਦੇਖ ਲਓ, ਠੀਕ ਹੈ ਜੀ। ਬੰਗਾਲ ਦੀ ਖਾੜੀ ਤੁਸੀਂ ਆਹ ਦੇਖ ਲਓ, ਠੀਕ ਹੈ ਜੀ। ਆਹੀ ਪੁੱਛਿਆ ਹੋਇਆ ਸੀ ਨਾ ਆਪਣਾ, ਬੰਗਾਲ ਦੀ ਖਾੜੀ ਤੇ ਸ਼ਿਵਾਲਿਕ ਪਰਬਤ ਲੜੀ, ਠੀਕ ਹੈ ਜੀ। ਤਾਂ ਤੁਸੀਂ ਆਹ ਇੰਡੀਆ ਦੇ ਮੈਪ ਦੇ ਵਿੱਚ ਦੋਸਤੋ ਆਹ ਦੇਖ ਸਕਦੇ ਹੋ ਬੰਗਾਲ ਦੀ ਖਾੜੀ ਆ ਰਹੀ, ਸ਼ਿਵਾਲਿਕ ਪਰਬਤ ਸ਼੍ਰੇਣੀ ਆ ਰਹੀ, ਠੀਕ ਹੈ ਜੀ। ਤੇ ਅਗਲਾ ਦੋਸਤੋ ਆਪਣਾ ਕੀ ਪੁੱਛਿਆ ਇੱਥੇ ਆਪਣਾ ਅਗਲਾ ਹੈਗਾ ਵਾ ਜਿਹੜਾ ਹੈਗਾ ਵਾ ਜੈਸਲਮੇਰ ਤੇ ਜਿਹੜਾ ਹੈਗਾ ਖੁਸ਼ਕ ਬਨਸਪਤੀ ਖੇਤਰ ਨੂੰ ਦਿਖਾਓ, ਠੀਕ ਹੈ ਜੀ। ਤਾਂ ਜੈਸਲਮੇਰ ਦੋਸਤੋ ਦੇਖ ਸਕਦੇ ਹੋ ਤੁਸੀਂ ਕਿੱਥੇ ਹੈ, ਹਾਂਜੀ। ਤਾਂ ਇੱਥੇ ਦੋਸਤੋ ਵੇਟ ਮੈਂ ਤੁਹਾਨੂੰ ਜੈਸਲਮੇਰ ਇੱਥੇ ਦਿਖਾਉਣਾ, ਰੁਕੋ। ਤਾਂ ਦੋਸਤੋ ਦੇਖੋ ਆ ਰਿਹਾ ਤੁਹਾਡਾ ਭਾਰਤ ਦੇ ਮੈਪ ਤੇ ਜਿਹੜਾ ਹੈਗਾ ਜੈਸਲਮੇਰ, ਠੀਕ ਹੈ ਜੀ, ਜੋ ਕਿ ਰਾਜਸਥਾਨ ਦੇ ਵਿੱਚ ਹੈਗਾ ਵਾ। ਅਗਲਾ ਦੇਖਦੇ, ਅਗਲਾ ਦੋਸਤੋ ਤੁਹਾਡਾ ਹੈਗਾ ਖੁਸ਼ਕ ਬਨਸਪਤੀ ਖੇਤਰ ਤੇ ਪ੍ਰਮੁੱਖ ਗੰਨਾ ਉਤਪਾਦਕ ਖੇਤਰ, ਠੀਕ ਹੈ ਜੀ, ਤੇ ਵੱਧ ਸਾਖਰਤਾ ਵਾਲਾ ਰਾਜ। ਤਾਂ ਦੋਸਤੋ ਇਹ ਖੁਸ਼ਕ ਬਨਸਪਤੀ ਖੇਤਰ ਵਾਲਾ ਤੁਸੀਂ ਖੁਦ ਹੀ ਲੱਭ ਕੇ ਦੇਖ ਲੈਣਾ ਵਾ, ਠੀਕ ਹੈ, ਆਪਣੀ ਬੁੱਕ ਜਾਂ ਗਾਈਡ ਦੇ ਵਿੱਚੋਂ। ਤੇ ਹੁਣ ਦੇਖਦੇ ਆਪਾਂ ਪ੍ਰਮੁੱਖ ਗੰਨਾ ਖੇਤਰ ਦੇਖ ਲੈਣੇ ਤੇ ਵੱਧ ਸਾਖਰਤਾ ਵਾਲਾ ਜਿਹੜਾ ਹੈਗਾ ਵਾ ਰਾਜ ਦੇਖ ਲੈਣਾ।
ਤਾਂ ਦੋਸਤੋ ਦੇਖੋ ਸਭ ਤੋਂ ਵੱਧ ਜਿਹੜਾ ਹੈਗਾ ਵਾ ਵੱਧ ਸਾਖਰਤਾ ਵਾਲਾ ਰਾਜ ਤਾਂ ਦੇਖੋ ਦੋਸਤੋ ਕੀ ਹੈ ਇੱਥੇ ਆਪਣਾ ਇਹ ਕੇਰਲ ਆ, ਠੀਕ ਹੈ ਜੀ। ਆਹ ਜਿਹੜਾ ਸਟੇਟ ਆ ਇਹ ਕੇਰਲ ਹੈਗਾ ਵਾ ਵੱਧ ਸਾਖਰਤਾ ਵਾਲਾ ਰਾਜ ਇਹ ਤੁਹਾਡਾ ਹੋ ਗਿਆ। ਅਗਲਾ ਦੇਖਦੇ ਹਾਂ ਅਗਲਾ ਕਿਹੜਾ ਸੀ। ਆਹ ਦੇਖੋ ਦੋਸਤੋ ਅਗਲਾ ਤੁਹਾਡਾ ਸੀਗਾ ਗੰਨਾ ਪੈਦਾ ਕਰਨ ਵਾਲੇ ਪ੍ਰਮੁੱਖ ਖੇਤਰ, ਠੀਕ ਹੈ ਜੀ। ਆਹ ਦੇਖ ਲਓ ਆਹ ਜਿਹੜੇ ਤੁਹਾਡੇ ਨਿਸ਼ਾਨ ਬਣੇ ਨੇ, ਠੀਕ ਹੈ ਜੀ। ਆਹ ਜਿਹੜੇ ਹੈਗੇ ਆ ਗੰਨਾ ਉਤਪਾਦਕ ਖੇਤਰ ਹੈਗੇ ਆ, ਠੀਕ ਹੈ ਜੀ। ਤਾਂ ਤੁਹਾਡਾ ਇਹ ਆਨਸਰ ਇੱਥੇ ਇਹ ਵਾਲਾ ਹੋ ਜਾਏਗਾ, ਠੀਕ ਹੈ। ਤੇ ਆ ਜਿਵੇਂ ਕਿ ਦੋਸਤੋ ਇਹ ਤੁਹਾਡਾ ਯੂਪੀ ਆ ਇੱਥੇ ਇੱਕ, ਠੀਕ ਹੈ। ਤਾਂ ਇਸ ਨੂੰ ਤੁਸੀਂ ਦੇਖ ਲੈਣਾ ਵਾ। ਅਗਲਾ ਦੋਸਤੋ ਦੇਖਦੇ ਹਾਂ ਅਗਲਾ ਕੀ ਪੁੱਛਿਆ ਹੋਇਆ ਸੀ ਤੁਹਾਨੂੰ। ਤਾਂ ਦੋਸਤੋ ਅਗਲਾ ਤੁਹਾਡਾ ਸੀਗਾ ਆਪਣਾ ਪੰਜਾਬ ਦੇ ਖਾਕੇ ਵਿੱਚ, ਯਾਨੀ ਕਿ ਪੰਜਾਬ ਦੇ ਖਾਕੇ ਦੇ ਵਿੱਚ ਆਹ ਜਿਹੜਾ ਹੈਗਾ ਮੈਪ ਦੇ ਵਿੱਚ ਪਰ ਗੋਇੰਦਵਾਲ ਸਾਹਿਬ, ਕੁਰੂਸ਼ੇਤਰ, ਸਤਲੁਜ ਦਰਿਆ, ਸਰਹੰਦ, ਮੁਕਤਸਰ ਸਾਹਿਬ ਤੇ ਪੌਂਟਾ ਸਾਹਿਬ, ਠੀਕ ਹੈ ਜੀ। ਤਾਂ ਦੋਸਤੋ ਚਲੋ ਦੇਖਦੇ ਆ, ਤੁਸੀਂ ਦੇਖ ਲਓ ਆਪਣਾ ਗੋਇੰਦਵਾਲ ਇੱਥੇ ਆ, ਠੀਕ ਹੈ ਜੀ। ਗੋਇੰਦਵਾਲ ਸਾਹਿਬ, ਠੀਕ ਹੈ। ਮੁਕਤਸਰ ਆ ਰਿਹਾ, ਸਰਹੰਦ ਆ ਰਿਹਾ, ਪੌਂਟਾ ਸਾਹਿਬ ਆ ਰਿਹਾ, ਠੀਕ ਹੈ ਜੀ। ਤਾਂ ਜਿੰਨੇ ਆਪਾਂ ਨੂੰ ਲੱਭਿਆ ਸੀ ਤੁਹਾਨੂੰ ਦਿਖਾ ਦਿੱਤਾ। ਬਾਕੀ ਜਿਹੜਾ ਰਹਿ ਗਿਆ ਵਾ ਤੁਸੀਂ ਇਹ ਖੁਦ ਹੀ ਕਰ ਲੈਣਾ ਵਾ, ਠੀਕ ਹੈ ਜੀ। ਤਾਂ ਤੁਹਾਨੂੰ ਅਸੀਂ ਪੰਜਾਬ ਦੇ ਮੈਪ ਦੇ ਵਿੱਚ ਵੀ ਆ ਵੀ ਦਿਖਾ ਦਿੱਤਾ। ਤਾਂ ਦੋਸਤੋ ਚਲੋ ਬਸ ਇੱਥੇ ਹੀ ਆਪਣਾ ਇਹ ਸਾਰਾ ਜਿਹੜਾ ਹੈਗਾ ਪੇਪਰ ਖਤਮ ਹੋ ਗਿਆ, ਠੀਕ ਹੈ ਜੀ। ਪੂਰਾ ਦਾ ਪੂਰਾ ਪੇਪਰ ਅਸੀਂ ਤੁਹਾਨੂੰ ਸੋਲਵ ਕਰਾ ਦਿੱਤਾ ਵਾ। ਵੈਰੀ ਇੰਪੋਰਟੈਂਟ ਇਹ ਪ੍ਰਸ਼ਨ ਉੱਤਰ ਸੀਗੇ। 10th ਕਲਾਸ SST ਦਾ ਇਹ ਪੇਪਰ ਸੀਗਾ, ਪੂਰਾ ਹੀ ਸੋਲਵ ਕਰਾ ਚੁੱਕੇ ਆ। ਓਕੇ ਦੋਸਤੋ, ਆਲ ਦਾ ਬੈਸਟ ਤੁਹਾਡੇ ਕੱਲ੍ਹ ਦੇ ਐਗਜ਼ਾਮ ਦੇ ਲਈ।